ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਉ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਉ। ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ। ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ। ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ। ਹਾਜ਼ਰਾ ਹਜੂਰ। ਸਰਬ ਕਲਾ ਭਰਪੂਰ ਦੀਨਾਂ ਦੇ ਦਾਤੇ ਅੰਤਰਜਾਮੀ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਓ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਨਿੱਘਾ ਧਿਆਨ ਧਰੀਏ ਅਤੇ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਨੂੰ ਮਹਾਨ ਬਖਸ਼ਿਸ਼ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਆਪਾਂ ਸਾਂਝ ਪਾਈਏ ਜੀ। ਗੱਜ ਵੱਜ ਕੇ ਗੁਰੂ ਫਤਿਹ ਦਾ ਜਵਾਬ ਗੁਰੂ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਜਿਸ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਰਚਿਆ ਹੈ, ਲਿਖਿਆ ਹੈ, ਇਹ ਪਾਵਨ ਰਚਨਾ ਜਿਹੜੀ ਹੈ ਇਹ ਸਿੱਖ ਕੌਮ ਦੇ ਵਿੱਚ ਬਹੁਤ ਹੀ ਸਤਿਕਾਰੀ ਜਾਂਦੀ ਹੈ। ਬੜਾ ਇਹਨੂੰ ਪਿਆਰ ਦਿੱਤਾ ਗਿਆ ਹੈ। ਮੈਂ ਕਈ ਵਾਰ ਪਹਿਲਾਂ ਵੀ ਇਹਦੇ ਉੱਤੇ ਗੱਲ ਕੀਤੀ ਹੈ ਵੀ ਇਹਦੇ ਪਿੱਛੇ ਕਾਰਨ ਬੜੇ ਨੇ। ਸੁਖਮਨੀ ਸਾਹਿਬ ਇੱਕ ਤਾਂ ਨਾਮ ਬੜਾ ਸਿੰਪਲ ਸਾਦਾ ਹੈ ਜਿਸ ਨੇ ਆਮ ਲੋਕਾਂ ਦੇ ਉੱਤੇ ਬੜਾ ਪ੍ਰਭਾਵ ਛੱਡਿਆ। ਸੁਖ ਮਨੀ, ਕਿਉਂਕਿ ਦੁਨੀਆ ਜਿਹੜੀ ਹੈ ਉਹ ਸੁੱਖਾਂ ਪਿੱਛੇ ਦੌੜਦੀ ਹੈ। ਦੁਨੀਆ ਦਾ ਹਰ ਬੰਦਾ ਹੀ ਚਾਹੁੰਦਾ ਵੀ ਸੁੱਖ ਜਿਹੜੇ ਹੈ ਉਹ ਮੇਰੀ ਜ਼ਿੰਦਗੀ 'ਚ ਹੋਣੇ ਚਾਹੀਦੇ ਹੈ। ਤੇ ਕਈ ਜਿਹੜੇ ਜੀਵ ਨੇ ਇਸ ਲਈ ਉਹ ਪੜ੍ਹਦੇ ਨੇ ਰੋਜ਼ਾਨਾ ਵੀ ਇਹਨੂੰ ਪੜ੍ਹਨ ਦੇ ਨਾਲ ਬਾਣੀ ਨੂੰ ਸਾਡੀ ਜ਼ਿੰਦਗੀ ਸੁਖੈਨ ਬਣੇਗੀ, ਸੌਖੀ ਬਣੇਗੀ ਤੇ ਸਾਡੀ ਜ਼ਿੰਦਗੀ 'ਚ ਸੁੱਖ ਆਉਣਗੇ। ਦੂਸਰੀ ਗੱਲ, ਇਸ ਪਾਵਨ ਬਾਣੀ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਹੁਤ ਹੀ ਸਿੰਪਲ ਹੈ, ਸਾਦੀ ਹੈ, ਸੌਖੀ ਹੈ। ਔਰ ਇਹ ਵੀ ਇੱਕ ਕਾਰਨ ਹੈ ਕਿ ਇਹ ਪਾਵਨ ਬਾਣੀ ਬਹੁਤ ਸਤਿਕਾਰੀ ਗਈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਲਿਖਤ ਨੇ ਲੱਖਾਂ ਲੋਕਾਂ ਦੇ ਦਿਲਾਂ ਦੇ ਵਿੱਚ ਠੰਡਕ ਪਹੁੰਚਾਈ, ਸ਼ਾਂਤੀ ਪਹੁੰਚਾਈ। ਲੱਖਾਂ ਲੋਕਾਂ ਦੇ ਜਿਹੜੇ ਤਪਦੇ ਹੋਏ ਦਿਲ ਸਨ, ਹਿਰਦੇ ਸਨ, ਉਹਨਾਂ ਨੂੰ ਠੰਡਿਆਂ ਠਾਰ ਕੀਤਾ। ਕਈ ਵਾਰ ਆਪਾਂ ਲਿਖਤਾਂ ਜਦੋਂ ਪੜ੍ਹਦੇ ਹਾਂ ਤੇ ਲਿਖਤ ਦੇ ਵਿੱਚ ਇੱਥੋਂ ਤੱਕ ਵੀ ਮਿਲਦਾ ਕਿ ਬਹੁਤ ਸਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਟਾਈਮ ਹੀ ਜਿਨ੍ਹਾਂ ਨੇ ਭਾਵੇਂ ਸਿੱਖੀਜ਼ਮ ਨੂੰ ਅਪਣਾਇਆ ਨਹੀਂ ਸੀ, ਸਾਈਂ ਮੀਆਂ ਮੀਰ ਜੀ ਵਰਗੇ ਜਿਹੜੇ ਰੱਬ ਦੇ ਪਿਆਰੇ ਸਨ, ਉਹ ਸੁਖਮਨੀ ਸਾਹਿਬ ਪੜ੍ਹਿਆ ਕਰਦੇ ਹੁੰਦੇ ਸੀ। ਕਿਉਂਕਿ ਜਿਹੜੀ ਗੁਰਬਾਣੀ ਹੈ ਇਹਦਾ ਸੰਬੰਧ ਕਿਸੇ ਧਰਮ ਨਾਲ ਨਹੀਂ ਹੈ। ਕੋਈ ਵੀ ਪੜ੍ਹ ਸਕਦਾ, ਕੋਈ ਵੀ ਇਹਦੇ ਤੋਂ ਸਿੱਖਿਆ ਲੈ ਸਕਦਾ ਔਰ ਇਹਨੂੰ ਲਰਨ ਕਰਨ ਦੇ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ। ਇਹ ਮੇਰੇ ਸਤਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਵੀ ਆਪਾਂ 17 ਅਸ਼ਟਪਦੀਆਂ ਕੰਪਲੀਟ ਕੀਤੀਆਂ ਨੇ ਤੇ 18ਵੀਂ ਅਸ਼ਟਪਦੀ ਜਿਹੜੀ ਹੈ ਉਹਦੇ ਵਿੱਚ ਅਸੀਂ ਅੱਜ ਪ੍ਰਵੇਸ਼ ਕਰਨ ਜਾ ਰਹੇ ਹਾਂ। 18ਵੀਂ ਅਸ਼ਟਪਦੀ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਉਸ ਟਾਈਮ ਹੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰੂ ਦੀ ਗੱਲ ਕਰਦੇ। ਇਹ ਸਾਰਾ ਜਿਹੜਾ ਕਨਸੈਪਟ ਹੈ ਇਸ ਅਸ਼ਟਪਦੀ ਦਾ, ਇਹ ਸਤਿਗੁਰੂ ਅਤੇ ਸਿੱਖ ਦੇ ਦੁਆਲੇ ਘੁੰਮਦਾ ਹੈ। ਇਸ ਲਈ ਇੱਥੇ ਕੁਝ ਗੱਲਾਂ ਸਪਸ਼ਟ ਕਰਨੀਆਂ ਬੜੀਆਂ ਜ਼ਰੂਰੀ ਨੇ।
ਜਿਵੇਂ ਜਬ ਉਹਦੇ ਵਿੱਚ ਸੁਖਮਨੀ ਸਾਹਿਬ ਦੇ ਵਿੱਚ ਸੰਤ ਬ੍ਰਹਮ ਗਿਆਨੀ ਸਾਧ ਸ਼ਬਦ ਆਉਂਦੇ ਨੇ ਤੇ ਉੱਥੇ ਵੀ ਆਪਾਂ ਭੁਲੇਖਾ ਖਾਂਦੇ ਹਾਂ ਵੀ ਸ਼ਾਇਦ ਕਿਸੇ ਆਮ ਇਨਸਾਨ ਨੂੰ ਕਿਹਾ ਗਿਆ। ਇਸੇ ਲਈ ਸਤਿਗੁਰੂ ਨੇ ਜਦੋਂ ਸਤਿਗੁਰੂ ਕਨਸੈਪਟ ਦੀ ਸ਼ੁਰੂਆਤ ਕੀਤੀ ਤੇ ਉੱਥੇ ਵੀ ਆਪਾਂ ਭੁਲੇਖਾ ਖਾ ਜਾਵਾਂਗੇ। ਜਿਹੜੇ ਰਾਧਾ ਸੁਆਮੀਆਂ ਨੂੰ ਮੰਨਣ ਵਾਲੇ ਨੇ ਉਹਨਾਂ ਨੇ ਕਹਿਣਾ ਵੀ ਸਾਡੇ ਗੁਰੂ ਦੀ ਗੱਲ ਹੋ ਰਹੀ, ਜਿਹੜੇ ਸਰਸਾ ਵਾਲੇ ਦੇ ਚੇਲੇ ਉਹਨਾਂ ਨੇ ਕਹਿਣਾ ਵੀ ਸਾਡੇ ਰਾਮ ਰਹੀਮ ਦੀ ਗੱਲ ਹੋ ਰਹੀ, ਜਿਹੜੇ ਆਸ਼ੂਤੋਸ਼ ਦੇ ਚੇਲੇ ਉਹਨਾਂ ਨੇ ਕਹਿਣਾ ਵੀ ਸਾਡੇ ਆਸ਼ੂਤੋਸ਼ ਬਾਬੇ ਦੀ ਗੱਲ ਹੋ ਰਹੀ, ਜਾਂ ਜਿਹੜੇ ਵੱਖ-ਵੱਖ ਨਾਮਧਾਰੀ ਜਾਂ ਹੋਰ ਜਿਹੜੇ ਨਿੱਕੜ ਸੁੱਕੜ ਹੈ ਉਹਨਾਂ ਦੇ ਜਿਹੜੇ ਚੇਲੇ ਉਹ ਇਹੀ ਸਮਝਦੇ ਹੈ ਵੀ ਜਿੱਥੇ ਸਤਿਗੁਰੂ ਕਿਹਾ ਜਾ ਰਿਹਾ ਉੱਥੇ ਸ਼ਾਇਦ ਸਾਡੇ ਗੁਰੂ ਦੀ ਗੱਲ ਕੀਤੀ ਜਾ ਰਹੀ। ਲੇਕਿਨ ਇਹ ਭੁਲੇਖਾ ਹੈ, ਕਿਉਂਕਿ ਸਿੱਖ ਕੌਮ ਨੂੰ ਨਾ ਬੜਾ ਨਿਸ਼ਾਨਾ ਬਣਾਇਆ ਗਿਆ ਇਸ ਪੱਖ ਤੋਂ, ਜਿਹਦੀ ਮੈਂ ਗੱਲ ਪਿਛਲੀ ਵੀਡੀਓ 'ਚ ਵੀ ਕਰਕੇ ਆਇਆ ਵੀ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਤੋੜਨ ਦੇ ਲਈ ਬੜੀ ਵੱਡੀ ਇੱਕ ਪਲੈਨਿੰਗ ਜਿਹੜੀ ਸੀ ਉਹ ਅੰਗਰੇਜ਼ਾਂ ਤੋਂ ਹੀ ਸਟਾਰਟ ਹੋ ਗਈ ਸੀ, ਉਸ ਟਾਈਮ ਤੋਂ ਹੀ ਸਟਾਰਟ ਹੋ ਗਈ ਸੀ। ਕਿਉਂਕਿ ਸਿੱਖ ਨੂੰ ਬੜੇ ਤਰੀਕੇ ਨਾਲ ਤੋੜਿਆ ਗਿਆ। ਇੱਕ ਤਾਂ ਆਪਾਂ ਲਾਈ ਲੱਗ ਬਹੁਤਾਂ ਇੱਕ ਮਿੰਟ ਦੇ ਵਿੱਚ ਭਾਵੁਕ ਹੋ ਕੇ ਕਿਸੇ ਦੇ ਪਿੱਛੇ ਲੱਗ ਜਾਂਦੇ। ਆ ਜਿੰਨੇ ਵੀ ਡੇਰੇ ਚਮਕੇ ਨੇ ਸਾਰੇ ਸਿੱਖਾਂ ਨੇ ਚਮਕਾਏ, ਜਿੰਨੇ ਗੁਰੂ ਡੰਮ ਪੈਦਾ ਹੋਏ ਸਾਰੇ ਸਿੱਖਾਂ ਨੇ ਪੈਦਾ ਕੀਤੇ, ਔਰ ਇਹਨਾਂ ਨੂੰ ਚਲਾਉਣ ਵਾਲੇ ਵੀ ਤਕਰੀਬਨ ਸਾਰੇ ਜਿਹੜੇ ਆ ਉਹ ਸਿੱਖ ਰੂਪ ਦੇ ਵਿੱਚ ਹੀ ਨਜ਼ਰ ਆਉਂਦੇ। ਇਹ ਬੜਾ ਵੱਡਾ ਇੱਕ ਭੁਲੇਖਾ ਹੈ। ਸੋ ਆਪਾਂ ਇੱਥੇ ਇਸ ਚੀਜ਼ ਨੂੰ ਸਪਸ਼ਟ ਕਰ ਦਈਏ ਵੀ ਇੱਥੇ ਜਿਹੜੀ ਕਨਸੈਪਟ ਦੀ ਗੱਲ ਹੋ ਰਹੀ ਹੈ, ਸਤਿਗੁਰੂ ਦੀ ਗੱਲ ਹੋ ਰਹੀ ਹੈ, ਇੱਥੇ ਸਤਿਗੁਰੂ ਦਾ ਮਤਲਬ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਕੱਢਣਾ ਹੈ, ਆਪਣੇ 10 ਗੁਰੂ ਸਾਹਿਬਾਨਾਂ ਦੇ ਨਾਮ ਉੱਤੇ ਤੁਰਨਾ। ਅਸੀਂ ਕੱਚੀਆਂ ਪਿੱਲਿਆਂ ਦੇ ਪਿੱਛੇ ਨਹੀਂ ਤੁਰਨਾ। ਇੱਕ ਐਸੇ ਇਨਸਾਨ ਨੂੰ ਗੁਰੂ ਦਾ ਰੁਤਬਾ ਨਹੀਂ ਦੇਣਾ ਜਿਹੜਾ ਆਪ ਖੁਦ ਕਰਪਟ ਹੈ ਔਰ ਕਰਪਸ਼ਨ ਦੇ ਵਿੱਚ ਪਿਆ ਹੋਇਆ। ਔਰ ਇਹ ਮੇਰੇ ਖਿਆਲ ਦੇ ਵਿੱਚ ਇੱਥੋਂ ਤੱਕ ਮੈਂ ਇਹ ਜਿਹੜੀ ਗੱਲ ਕੰਪਲੀਟ ਕਰਕੇ ਅਗਾਂਹ ਤੁਰਾਂ, ਜੇ ਤੁਹਾਨੂੰ ਸਮਝ ਆ ਗਈ ਹੋਵੇ ਵੀ ਇਹ ਸਾਡਾ ਜਿਹੜਾ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ, ਜਿਹਦੇ ਲੜ ਸਾਨੂੰ ਗੁਰੂ ਨਾਨਕ ਸਾਹਿਬ ਨੇ ਹੀ ਲਾ ਦਿੱਤਾ ਸੀ, ਬਾਣੀ ਦੇ ਲੜ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਹੀ ਸ਼ਬਦ ਤੋਂ ਕੀਤੀ ਵੀ ਮੇਰਾ ਤਾਂ ਸ਼ਬਦ ਹੀ ਸਤਿਗੁਰੂ ਹੈ, ਵੀ ਮੈਂ ਗਾਂਹ ਜਾਂਦਾ ਹੀ ਨਹੀਂ। ਸ਼ਬਦ ਗੁਰ ਚੇਲਾ, ਮੈਂ ਤਾਂ ਸ਼ਬਦ ਗੁਰੂ ਆ, ਸੁਰਤ ਧੁਨ ਚੇਲਾ, ਤੇ ਸ਼ਬਦ ਨੂੰ ਮੈਂ ਆਪਣਾ ਆਧਾਰ ਮੰਨਦਾ ਤੇ ਮੇਰੀ ਸੁਰਤ ਇਹਦੀ ਸਿੱਖ ਬਣ ਕੇ ਤੁਰਦੀ ਹੈ। ਸੋ ਇਹ ਗੱਲਾਂ ਸਮਝਣੀਆਂ ਬੜੀ ਜ਼ਰੂਰੀ ਹੈ ਜੇ ਸਾਡੇ ਪੱਲੇ ਪੈ ਜਾਣ ਤਾਂ। ਸੋ ਆਓ ਸ਼ੁਰੂਆਤ ਕਰਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਨੇ ਜਿਹੜੀ ਕਿਰਪਾ ਕੀਤੀ ਹੈ 18ਵੀਂ ਅਸ਼ਟਪਦੀ ਦੇ ਵਿੱਚ, ਮਹਾਰਾਜ ਨੇ ਸਭ ਤੋਂ ਪਹਿਲਾਂ ਤਰਤੀਬ ਦੇ ਮੁਤਾਬਕ ਸ਼ਲੋਕ ਲਿਖਿਆ ਹੈ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸ਼ਲੋਕ ਸਤ ਪੁਰਖ ਜਿਨ ਜਾਣਿਆ। ਸਤਪੁਰਖ, ਸਤਪੁਰਖ ਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ, ਜਿਹੜਾ ਸਦੀਵ ਹੋਂਦ ਵਾਲਾ ਹੈ ਤੇ ਸਾਰੀ ਕਾਇਨਾਤ ਦੇ ਵਿੱਚ ਵਿਆਪਕ ਹੈ, ਇੱਕ ਰਸ ਵਸਦਾ ਹੈ, ਉਹਨੂੰ ਸਤਪੁਰਖ ਆਪਾਂ ਕਹਿੰਦੇ ਹਾਂ। ਜਿਨ ਜਾਣਿਆ, ਜਿਸ ਨੇ ਜਾਣ ਲਿਆ, ਜਿਸ ਨੇ ਉਹਨੂੰ ਜਾਣ ਲਿਆ, ਸਮਝ ਲਿਓ ਗੱਲ। ਸਤਪੁਰਖ ਜਿਨ ਜਾਣਿਆ, ਸਤਗੁਰ ਤਿਸ ਕਾ ਨਾਉ, ਉਹਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ। ਅਸੀਂ ਉਸ ਧੰਨ ਗੁਰੂ ਨਾਨਕ ਸਾਹਿਬ ਨੂੰ ਸਤਿਗੁਰੂ ਕਹਿੰਦੇ ਹਾਂ ਜਿਨ੍ਹਾਂ ਨੇ ਸਤਪੁਰਖ ਨੂੰ ਜਾਣ ਲਿਆ, ਜਿਨ੍ਹਾਂ ਨੇ ਸਤਪੁਰਖ ਦੇ ਵਿੱਚ ਆਪਣੀ ਹੋਂਦ ਨੂੰ ਟਿਕਾ ਲਿਆ, ਜਿਹੜੇ ਉਹਦੇ ਪੂਰੇ ਭਾਂਡੇ ਹੋ ਗਏ, ਜਿਹੜੇ ਉਹਦੇ ਵਿੱਚ ਉਤਰ ਗਏ। ਤੇ ਉਸ ਸਤਿਗੁਰੂ ਸਤਪੁਰਖ ਦੀ ਪ੍ਰਾਪਤੀ ਜਿਸ ਗੁਰੂ ਨਾਨਕ ਸਾਹਿਬ ਨੂੰ ਹੋਈ ਸੀ ਉਹ ਸਤਿਗੁਰੂ ਹੈ। ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ, ਉਹਦੀ ਸੰਗਤ ਕਰਨ ਨਾਲ ਸਿੱਖ ਉਧਰੈ ਤੇ ਸਿੱਖ ਦਾ ਪਾਰ ਉਤਾਰਾ ਹੁੰਦਾ ਹੈ, ਸਿੱਖ ਤਰਦਾ ਹੈ। ਤਿਸ ਕੈ ਸੰਗ, ਸਿੱਖ ਉਧਰੈ, ਗੁਰੂ ਨਾਨਕ ਦੀ ਸੰਗਤ ਕਰਨ ਨਾਲ, ਐਸੇ ਸਤਿਗੁਰੂ ਦੀ ਸੰਗਤ ਕਰਨ ਨਾਲ ਸਿੱਖ ਉਧਰੈ, ਸਿੱਖ ਵਿਕਾਰਾਂ ਤੋਂ ਬਚਦਾ ਹੈ, ਉਹਦਾ ਪਾਰ ਉਤਾਰਾ ਹੁੰਦਾ ਹੈ। ਨਾਨਕ ਹਰ ਗੁਣ ਗਾਓ, ਹੇ ਨਾਨਕ ਤੂੰ ਵੀ ਗੁਰੂ ਦੀ ਸੰਗਤ ਵਿੱਚ ਜੁੜ ਕੇ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ। ਹਰ ਦਾ ਮਤਲਬ ਹੈ ਵਾਹਿਗੁਰੂ, ਗੁਣ ਗਾਓ, ਉਸ ਵਾਹਿਗੁਰੂ ਦੇ ਗੁਣ ਗਾ ਤਾਂ ਕਿ ਤੈਨੂੰ ਵੀ ਗੁਰੂ ਨਾਨਕ ਵਰਗਾ ਸਤਿਗੁਰੂ ਮਿਲੇ ਤੇ ਤੇਰਾ ਵੀ ਪਾਰ ਉਤਾਰਾ ਹੋਵੇ, ਤੈਨੂੰ ਵੀ ਉਹਦੀ ਸੱਚੀ ਹੋਂਦ ਦਾ ਪਤਾ ਲੱਗ ਸਕੇ। ਇਹ ਸ਼ਲੋਕ ਹੈ ਜਿਹਦੇ ਆਲੇ ਦੁਆਲੇ ਸਾਰੀ ਅਸ਼ਟਪਦੀ ਨੇ ਘੁੰਮਣਾ ਹੈ, ਕਿਉਂਕਿ ਸਤਿਗੁਰੂ ਨੇ ਇੱਥੇ ਗੱਲ ਕੀਤੀ ਗੁਰੂ ਦੀ। ਗੁਰੂ ਜਿਹੜਾ ਅਕਾਲ ਪੁਰਖ ਵਾਹਿਗੁਰੂ ਵਰਗਾ ਹੈ, ਜਿਹਦੇ ਵਿੱਚ ਨਿਰੰਕਾਰ ਦੇ ਪਾਕ ਗੁਣ ਨੇ, ਅਸੀਂ ਉਹਦੇ ਪਾਵਨ ਚਰਨਾਂ ਨਾਲ ਜੁੜਨਾ ਹੈ। ਅਸ਼ਟਪਦੀ ਵਿੱਚ ਕਹਿੰਦੇ ਨੇ ਅਸ਼ਟਪਦੀ ਭਾਵ 8 ਪਦਿਆਂ ਵਾਲੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਤਿਗੁਰੂ ਜਿਹੜਾ ਐਸਾ ਜਿਹੜਾ ਸਤਿਗੁਰੂ ਹੈ ਉਹ ਆਪਣੇ ਸਿੱਖ ਦੀ ਸਦਾ ਰੱਖਿਆ ਕਰਦਾ ਹੈ। ਪ੍ਰਤਪਾਲ, ਪਾਲਣਾ ਕਰਦਾ ਹੈ, ਰੱਖਿਆ ਕਰਦਾ ਹੈ, ਉਹਨੂੰ ਹਮੇਸ਼ਾ ਆਪਣੇ ਅੰਗ ਸੰਗ ਰੱਖਦਾ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ
गुर सदा दयाल। ਜਿਹੜਾ सतगुरु है वो हमेशा अपने सिख दे उत्ते दया दा हथ रखदा है, मेहर करी रखदा है कि अपने सिख नूं हमेशा हर एक मौके ते हर एक समय ते बचा के रखदा है। ये सतगुरु की जिम्मेवारी है। इसलिए असीं अपने गुरु नूं शब्द मनदे हां भी साडा जिहड़ा गुरु है शब्द है, ज्ञान है, भी जिंदगी दे हर एक मौके उत्ते साडी आके बांह फड़ लैंदा, सानू आके बचा लैंदा ते असीं होर पासे क्यों जाइए। थोड़े दिन पहला ना जलंधर तो ही मेरे एक दोस्त ने मैनू एक बड़ी स्वादली जी घटना सुनाई, साझी कीती। कहंदे भी रोजाना ना एक ईसाई वीर मैनू आके क्या करदा है कि तू ईसाई मत धारण कर लै। कहंदे कई बार उन्हें कहना, मैं कई बार सुन लेना। एक दिन मैं रोकी गया तो मैं उन्होंने पुछया भी दस भी मैं क्यों ईसाई मत धारण करा ते सिख धर्म क्यों छड्डां। वो कहंदा ईसाई धर्म परमेश्वर दे बहुत नेड़े है। जीजस जी जिहड़े ने वो परमेश्वर दे इकलौते पुत्र है, इसलिए ईसाई धर्म विच आके ही तुहाडा उद्धार होना है। वो कहंदे होर की खासियतां ने। वो कहंदे बाइबल पढ़ते हैं जदों ते परमात्मा दीयां बहुत सारियां करामातां दा जिक्र किया गया है। परमात्मा परमेश्वर कुछ भी कर सकता है, वो मुर्दियां नूं जिउंदा कर सकता है, परलो लिया सकता है, वो तुहानूं धन दौलत दे सकता है, तुहाडी गरीबी कट सकता है, तुहाडीआं बीमारियां दूर करन दे समर्थ है। कहंदा इदां दीयां बहुत सारियां गल्लां कीतियां ने मेरे नाल। आई तां लोकां नूं चाहीदा, यही तां पिन ड्राइव हर बंदा मंगदा भी ऐसी पिन ड्राइव दो जिहदे विच ये सारियां चीज़ां होण और असीं अपने सिस्टम च लाइए तो साडा जिहड़ा सारा जीवन जिहड़ा सुधर जाए। हर बंदा सौख नूं दौड़िया फिरदा है और इसलिए आपां टंगे जाने किलियां दे नाल। कहंदे जदों उन्हें गल कही तो मैं उन्होंने कहा भी साडा जिहड़ा धर्म है वो ये सिक्ख्या नहीं दिंदा। साडा धर्म तां कहंदा मुसीबतां दे नाल जूझना किदां, दुखां दे नाल लड़ना किदां। साडा धर्म ये नहीं सिखाउंदा भी दुख आउण ते भज्जो, मुसीबत आवे ते दौड़ो। इत्थे तां साडे गुरु साहिबानां ने इन्नियां मुसीबतां झल्लियां ते सिੱਖੀ भलिया इन्नी सौखी खेड नहीं। नाले मैनू कोई जरूरत नहीं मैं अपना धर्म छड्ड के एवें दौड़ा किसी होर पासे। तेरा तैनू मुबारक, मेरा मैनू मुबारक। वो कहंदा तेरा परमेश्वर नाल मिलाप किदां होएगा, तेरी ती जिंदगी व्यर्थ चली जानी। वो कहंदा तू इदां कर, किसी दिन आ मेरे नाल गुरुद्वारे दे विच ते मैं तैनू दसदा साडा परमेश्वर की है। असीं गुरु ग्रंथ साहिब महाराज सच्चे पातशाह पाओ जो शब्द ब्रह्म सतगुरु है, जदों भी कोई मन च सवाल हुंदा ना अरदास करके बह जाइए तो सतगुरु उसे टाइम हल कर देंगे। जदों कोई शंका होवे अरदास करके ताबिया बह जी, सतगुरु जी उसे टाइम ही समझा देंगे। और ये साडा जिहड़ा सतगुरु है साडे अंग संग, गुर मेरे संग सदा है नाले, हमेशा ना रहिंदा है। इसलिए मैनू किसी होर दी लोड़ नहीं, जिन्हों इन्ना प्यारा गुरु मिलिया होवे जिहड़ा हर वक्त नाल होवे, हर वक्त तुहानूं सेध दवे, हर वक्त तुहानूं नैविगेशन दा काम करे, हर वक्त तुहानूं समझावे इधरों इधर मुड़ना, इधरों इधर मुड़ना। जिंदगी दे हर एक मोड़ ते गुरु ग्रंथ साहिब सानूं सेध दिंदे ने, सिੱਖਿਆ दिंदे ने भी मैं होर किते क्यों जावां भी मित्रा तेनू तेरा मुबारक, मैनू मेरा मुबारक। पर प्यारिओ असीं बहुत सुख जिहड़े ना वो सुखां दे पिछे दौड़दे, शायद ये समझदे हां भी साडी जिंदगी इस चीज़ उत्ते खड़ी। सुख दुख नाम की कोई चीज़ नहीं है, फीलिंग ही है। असीं ये सोच के चलदे हां कि शायद मैं वो धर्म धारण कर लिया तो शायद मेरी गरीबी दिनां 'च कट हो जानी। कोई तुहानूं 4 पैसे दे देवे फिर गल वखरी है, पर मेहनत की कमाई करके ही स्वाद है। आपां वकाऊ नहीं बनना, वकाऊ ना 500 रुपये करके थोड़ी धर्म छड्ड लगे असीं अपना। धर्म सारे ही प्यारे ने, पर जिहड़े धर्म के ठेकेदार गलत हुंदे ने वो इस तरीके नाल ही तुरदे, गलत पासे लोकां नूं लाउंदे। सतगुर साडा की करदा, सतगुर सिख की करै प्रतपाल, सेवक कौ गुर सदा दयाल। गुरु सिख दे उत्ते दया दा हथ रखदा है, अपने सिख नूं जिंदगी दे हर एक मोड़ ते बचाउंदा है। अगली पंक्ति बड़ी कमाल दी है, सिख की गुर दुरमत मल हिरै। दुरमत का मतलब है भैड़ी मत, मल भाव मैल। सतगुरु कृपा करता है अपने सिख दी जिहड़ी मैल है खत्म कर दिंदा है, माड़ी मत वाली।
ਉਹਦੇ ਅੰਦਰੋਂ ਜਿਹੜੇ ਔਗਣ ਹੁੰਦੇ ਨੇ, ਦੁਰਮਤ ਹੁੰਦੀ ਹੈ, ਭੈੜੀ ਮੱਤ ਹੁੰਦੀ, ਸਾਰੀ ਖਤਮ ਕਰ ਦਿੰਦਾ, ਉਹਦੀ ਜ਼ਿੰਦਗੀ ਸਾਫ਼ ਸੁਥਰੀ ਬਣਾ ਦਿੰਦਾ। ਸਤਿਗੁਰੂ ਵੇਖੋ ਮਾੜੇ ਪਾਸੇ ਜਾਣ ਦਿੰਦਾ ਕਿਤੇ। ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਕੇ ਵੇਖ ਲਓ। ਜਦੋਂ ਗੁੱਸੇ ਵਿੱਚ ਆਏ ਹੋਏ ਸਿੱਖਾਂ ਨੇ ਇੱਕ ਮੁਸਲਮਾਨ ਔਰਤ ਨੂੰ ਪਕੜ ਕੇ ਲੈ ਆਂਦਾ, ਸਤਿਗੁਰੂ ਦੇ ਪੇਸ਼ ਕੀਤਾ। ਮਾਲਕ ਨੇ ਪੁੱਛਿਆ ਵੀ ਕੌਣ ਹੈ ਬੀਬੀ ਇਹ? ਕਹਿੰਦੇ ਵੀ ਇਹ ਆਪਾਂ ਮੁਸਲਮਾਨਾਂ ਦੀ ਜਿਹੜੀ ਔਰਤ ਹੈ ਉਹਨੂੰ ਲੈ ਕੇ ਆਏ ਪਕੜ ਕੇ, ਕਿਉਂਕਿ ਸਾਡੇ ਨਾਲ ਬੜਾ ਗਲਤ ਕਰਦੇ ਨੇ। ਹੁਣ ਧਿਆਨ ਨਾਲ ਸੁਣਿਓ। ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਉਸ ਔਰਤ ਦੇ ਸਿਰ ਦੇ ਉੱਤੇ ਹੱਥ ਧਰ ਕੇ ਕਿਹਾ, ਧੀਏ ਕੋਈ ਨਹੀਂ, ਜਿੱਦਾਂ ਲੈ ਕੇ ਆਏ ਲੈ ਕੇ ਜਾਣਗੇ ਤੈਨੂੰ ਵਾਪਸ। ਤੇ ਮਾਲਕ ਨੇ ਕਿਹਾ, ਹਾਮਲੇ ਜਾਨੋ ਪੰਥੂ ਚਿਹਰੇ, ਮੈਂ ਆਪਣੀ ਕੌਮ ਨੂੰ ਬੜਾ ਉੱਚਾ ਲੈ ਕੇ ਜਾਣਾ ਚਾਹੁੰਦਾ, ਆਹ ਗਲਤੀ ਨੂੰ ਦੁਬਾਰਾ ਇਤਿਹਾਸ 'ਚ ਨਾ ਦੁਹਰਾਇਆ ਜਾਵੇ। ਔਰ ਬਾਅਦ 'ਚ ਗਲਤੀ ਸਿੱਖਾਂ ਨੇ ਕੀਤੀ ਵੀ ਨਹੀਂ। ਦੇਖੋ ਗੁੱਸੇ 'ਚ ਲੈ ਕੇ ਆਏ ਹੋਣਗੇ ਪਰ ਉਹਦੀ ਨਾਲ ਬਦਤਮੀਜ਼ੀ ਨਹੀਂ ਕੀਤੀ। ਸਤਿਗੁਰੂ ਨੇ ਸਗੋਂ ਸਮਝਾ ਦਿੱਤਾ ਵੀ ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹਾ ਕਦੇ ਕੰਮ ਨਾ ਕਰਿਓ। ਪੜ੍ਹ ਕੇ ਵੇਖ ਲਓ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ। ਵਜ਼ੀਰ ਖਾਂ ਪਾਪੀ ਨੂੰ ਜਦੋਂ ਘਸੀਟ ਕੇ ਮਾਰਿਆ ਗਿਆ, ਉਹਦੀ ਔਰਤ ਨੂੰ ਤੇ ਉਹਦੇ ਬੱਚਿਆਂ ਨੂੰ ਹੱਥ ਵੀ ਨਹੀਂ ਲਾਇਆ ਗਿਆ, ਟੱਚ ਵੀ ਨਹੀਂ ਕੀਤਾ ਗਿਆ। ਵੱਡੇ ਤੋਂ ਵੱਡੇ ਦੁਸ਼ਮਣਾਂ ਦੇ ਬੱਚਿਆਂ ਤੇ ਉਹਦੀਆਂ ਔਰਤਾਂ ਨੂੰ ਟੱਚ ਨਹੀਂ ਸੀ ਕੀਤਾ ਜਾਂਦਾ। ਇੰਨੇ ਸਿੱਖ ਜਿਹੜੇ ਸੀ ਉੱਚੇ ਸੁੱਚੇ ਕਰੈਕਟਰ ਵਾਲੇ ਮੰਨੇ ਜਾਂਦੇ ਸਨ। ਹਰੀ ਸਿੰਘ ਨਲੂਆ ਵਰਗੇ ਨੇ ਜਿਹੜੇ ਸਾਡੇ ਜਰਨੈਲ ਨੇ, ਉਹ ਬੀਬੀ ਬਾਨੋ ਵਰਗੀ ਔਰਤ ਜਿਹੜੀ ਆਪ ਖੁਦ ਆਉਂਦੀ ਹੈ, ਅਮੀਰ ਜਹਾਨ ਖਾਨ ਦੀ ਜਿਹੜੀ ਭੈਣ ਸੀ, ਆਪ ਖੁਦ ਆਉਂਦੀ ਵੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਹੈ, ਮੇਰੀ ਕੁੱਖ ਤੋਂ ਤੇਰੇ ਵਰਗਾ ਬੱਚਾ ਪੈਦਾ ਹੋਣਾ ਚਾਹੀਦਾ ਹੈ। ਤੇ ਉਹ ਹੱਥ ਜੋੜ ਕੇ ਕਹਿੰਦੇ ਮੈਨੂੰ ਹੀ ਬਣਾ ਲਾ, ਮੈਂ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਸੋ ਸਤਿਗੁਰੂ ਕੀ ਕਿਰਪਾ ਕਰਦਾ, ਆਪਣੇ ਸਿੱਖ ਦੇ ਵਿੱਚੋਂ ਮੈਲ ਦੂਰ ਕਰ ਦਿੰਦਾ, ਉਹਨੂੰ ਮਾੜੇ ਪਾਸੇ ਜਾਣ ਹੀ ਨਹੀਂ ਦਿੰਦਾ ਹੈ। ਗੁਰਬਚਨੀ ਹਰ ਨਾਮ ਉਚਰੈ, ਤੇ ਜਿਹੜਾ ਸਿੱਖ ਹੈ ਉਹ ਆਪਣੇ ਸਤਿਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦਾ ਹੈ ਤੇ ਪ੍ਰਮਾਤਮਾ ਦਾ ਨਾਮ ਜਪਦਾ ਹੈ, ਉਹਦਾ ਸਿਮਰਨ ਕਰਦਾ ਹੈ, ਉਹਦੇ ਮੁਤਾਬਕ ਜ਼ਿੰਦਗੀ ਢਾਲਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਇਸ ਲਈ ਜਿਹੜਾ ਗੁਰੂ ਹੈ ਨਾ, ਉਹ ਆਪਣੇ ਸਿੱਖ ਦੇ ਸਾਰੇ ਬੰਧਨ ਕੱਟ ਦਿੰਦਾ। ਅਸੀਂ ਬੰਧਨਾਂ ਦੇ ਵਿੱਚ ਬੱਝੇ ਪਏ ਹਾਂ। ਜੇ ਇਹਨਾਂ ਤੋਂ ਛੁਟਕਾਰਾ ਮਿਲਣਾ ਤੇ ਪਿਆਰਿਓ, ਛੁਟਕਾਰਾ ਤਾਂ ਗੁਰੂ ਨਾਨਕ ਨੇ ਦਿਵਾਉਣਾ। ਬਸ ਇਹ ਮੇਰੀ ਗੱਲ ਪੱਲੇ ਬੰਨ ਲਿਓ। ਐਵੇਂ ਹੋਰ ਵਾਧੂ ਦੇ ਬੰਧਨ ਨਾ ਪਾਈ ਜਾਓ, ਗੁਰੂ ਨੂੰ ਛੱਡ ਕੇ ਹੋਰ ਵਾਧੂ ਦੇ ਬੰਧਨ ਨਾ ਪਾਈ ਜਾਓ। ਜਿੰਨੇ ਬੰਧਨ ਪਾਈ ਜਾਓਗੇ ਓਨੇ ਹੀ ਫਸਦੇ ਜਾਓਗੇ, ਓਨਾ ਹੀ ਧੱਸਦੇ ਜਾਓਗੇ। ਮਿਲਣਾ ਤੁਹਾਨੂੰ ਕੱਖ ਵੀ ਨਹੀਂ ਹੈ ਇਹਨਾਂ ਕੰਮਾਂ ਦੇ ਵਿੱਚੋਂ, ਇਹ ਬਲੀਵ ਕਰਿਓ, ਕੁਝ ਵੀ ਨਹੀਂ ਮਿਲਣਾ ਸਵਾਏ ਖੁਆਰੀ ਤੋਂ। ਜਿਵੇਂ ਬਾਪੂ ਨੇ ਪਾਣ ਬਾਣੀ ਵਿੱਚ ਕਿਹਾ ਨਾ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਉਹ ਧੋਖੇ 'ਚ ਨਹੀਂ ਰਹਿੰਦੇ ਜਿਨ੍ਹਾਂ ਨੂੰ ਨਿਰੰਕਾਰ ਦੀ ਓਟ ਹੁੰਦੀ ਹੈ। ਧੋਖੇ 'ਚ ਉਹੀ ਰਹਿੰਦੇ ਨੇ ਜਿਹੜੇ ਇੱਧਰ ਉੱਧਰ ਟੱਕਰਾਂ ਮਾਰਦੇ ਫਿਰਦੇ ਉਹਨੂੰ ਛੱਡ ਕੇ। ਉਹਨੂੰ ਨਾ ਛੱਡਿਓ, ਗੁਰੂ ਨਾਲ ਜੁੜ ਕੇ ਰਿਓ। ਸਤਿਗੁਰੂ ਕੀ ਕਿਰਪਾ ਕਰਦਾ, ਬੰਧਨ ਕੱਟ ਦਿੰਦਾ ਹੈ। ਔਰ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਗੁਰੂ ਦੇ ਸਿੱਖ ਨੂੰ ਵਿਕਾਰਾਂ ਤੋਂ ਹਟਾ ਦਿੰਦਾ। ਮਾੜੇ ਕੰਮ ਸਿੱਖ ਕਰਦਾ ਹੀ ਨਹੀਂ ਹੈ। ਜਿਹੜਾ ਗੁਰੂ ਨਾਨਕ ਦਾ ਬਣ ਗਿਆ ਉਹ ਮਾੜੇ ਕੰਮ ਕਿਵੇਂ ਕਰੇਗਾ? ਸਤਿਗੁਰ ਸਿੱਖ ਕੋ ਨਾਮ ਧਨ ਦੇ। ਫਿਰ ਸਤਿਗੁਰੂ ਜਿਹੜਾ ਆਪਣੇ ਸਿੱਖ ਨੂੰ ਦੌਲਤ ਦੇ ਨਾਲ ਮਾਲਾ ਮਾਰ ਕਰ ਦਿੰਦਾ। ਕੈਸੀ ਦੌਲਤ? ਧਰਮ ਛੱਡ ਕੇ ਦੌਲਤ ਜ਼ਿਆਦਾ ਮਿਲਦੀ ਹੈ। ਈਸਾਈ ਬਣ ਕੇ ਤੁਸੀਂ ਜ਼ਿਆਦਾ ਅਮੀਰ ਹੋ ਜਾਣਾ? ਨਹੀਂ, ਸਤਿਗੁਰੂ ਇੱਕ ਐਸੀ ਦੌਲਤ ਦਿੰਦਾ ਜਿਹੜੀ ਐਸੀ ਦੌਲਤ ਜੀ ਤੁਹਾਨੂੰ ਕਦੇ ਗਰੀਬ ਰਹਿਣ ਹੀ ਨਹੀਂ ਦਿੰਦੀ। ਸਤਿਗੁਰੂ ਸਿੱਖ ਨੂੰ ਨਾਮ ਦੀ ਦੌਲਤ ਦਿੰਦਾ, ਗੁਣਾਂ ਦੀ ਦੌਲਤ ਦਿੰਦਾ, ਭੰਡਾਰ ਹੀ ਭਰ ਦਿੰਦਾ। ਜਿਨ੍ਹਾਂ ਦੇ ਅੰਦਰ ਦੌਲਤ ਹੋਵੇ ਉਹਨਾਂ ਦੇ ਬਾਹਰ ਵੀ ਆ ਜਾਂਦੀ। ਯਾਦ ਰੱਖਿਓ, ਜਿਨ੍ਹਾਂ ਦੇ ਅੰਦਰਲੇ ਭੰਡਾਰੇ ਭਰੇ ਹੁੰਦੇ ਨੇ ਉਹ ਬਾਹਰ ਵੀ ਭਰ ਜਾਂਦੇ। ਜਿਨ੍ਹਾਂ ਦੇ ਅੰਦਰਲੇ ਖਾਲੀ ਉਹਨਾਂ ਦੇ ਬਾਹਰ ਵੀ ਖਾਲੀ। ਸਤਿਗੁਰੂ ਆਪਣੇ ਸਿੱਖ ਨੂੰ ਮਾਲਾ ਮਾਲ ਕਰ ਦਿੰਦਾ ਪਿਆਰਿਓ, ਅੰਦਰੋਂ ਅਤੇ ਬਾਹਰੋਂ ਨੱਕਾ ਨੱਕ ਭਰ ਦਿੰਦਾ ਹੈ। ਗੁਰ ਕਾ ਸਿੱਖ ਬੜ ਭਾਗੀ ਹੈ। ਇਹੋ ਜਿਹਾ ਸਿੱਖ ਜਿਹੜਾ ਵੱਡੀਆਂ ਭਾਗਾਂ ਵਾਲਾ ਹੈ, ਜਿਹੜਾ ਐਸੇ ਸਤਿਗੁਰੂ ਨਾਲ ਜੁੜਿਆ ਉਹਦੇ ਵੱਡੇ ਹੀ ਭਾਗ ਹੈ ਨਾ, ਜਿਹਨੂੰ ਗੁਰੂ ਨਾਨਕ ਦੀ ਪ੍ਰਾਪਤੀ ਹੋ ਗਈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ। ਸਤਿਗੁਰੂ ਸਿੱਖ ਦਾ ਹਲਤ ਪਲਤ ਦੋਵੇਂ ਸਵਾਰ ਦਿੰਦਾ। ਉਹਦਾ ਅੰਦਰਲਾ ਬਾਹਰਲਾ ਜੀਵਨ ਸਵਾਰ ਦਿੰਦਾ, ਉਹਦਾ ਲੋਕ ਪਰਲੋਕ ਸਵਾਰ ਦਿੰਦਾ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਜਿਹੜਾ ਸਤਿਗੁਰੂ ਹੈ ਨਾ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਉਹ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ, ਆਪਣੀ ਜਿੰਦ ਦੇ ਨਾਲ ਲਾ ਕੇ ਰੱਖਦਾ ਤੇ ਜਿੰਦ ਤੋਂ ਯਾਦ ਰੱਖਦਾ, ਉਹਨੂੰ ਪਿਆਰ ਹੀ ਬੜਾ ਕਰਦਾ। ਜੇ ਦੇਖੋ, ਜੇ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ, ਬਸ ਯਾਦ ਰੱਖਿਓ ਗੁਰੂ ਵੀ ਬਹੁਤ ਪਿਆਰ ਕਰਦਾ। ਪਿਆਰ ਨੂੰ ਪਿਆਰ ਦੀ ਖਿੱਚ ਹੁੰਦੀ। ਸੋ ਆਓ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਈਏ, ਬਲਹਾਰ ਜਾਈਏ, ਕੱਚੀਆਂ ਪਿੱਲੀਆਂ ਦੇ ਪਿੱਛੇ ਨਾ ਦੌੜੀਏ, ਜੁੜ ਕੇ ਰਹੀਏ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸਤਿਗੁਰੂ ਦੇ ਉਪਦੇਸ਼ਾਂ ਉੱਤੇ ਪਹਿਰਾ ਦਈਏ। 18ਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਜਿਹੜੀ ਸ਼ਲੋਕ ਦੇ ਸਮੇਤ ਆਪ ਜੀ ਨੇ ਸਰਵਣ ਕੀਤੀ, ਕੰਪਲੀਟ ਹੋਈ। ਇਹ ਤੋਂ ਜਿਹੜੀ ਅਗਲੀ ਪੌੜੀ ਸਟਾਰਟ ਹੁੰਦੀ ਹੈ ਉਹ
ਸੇਵਕ ਦੀ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਉਹਦੇ ਉੱਤੇ ਆਪਾਂ ਵਿਚਾਰ ਅਗਲੀ ਵੀਡੀਓ 'ਚ ਕਰਦੇ ਹਾਂ। ਸੋ ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ। ਸਿੱਖ ਸਿਧਾਂਤ ਟੀਵੀ ਅਤੇ ਸੱਚ ਦੀ ਆਵਾਜ਼, ਇਹ ਦੋਨੋਂ ਜਿਹੜੇ ਚੈਨਲ ਨੇ, ਇਹਨਾਂ ਦੇ ਨਾਲ ਜੁੜ ਕੇ ਰਹੋ। ਜਿਵੇਂ ਸੱਚ ਦੀ ਆਵਾਜ਼ ਉੱਤੇ ਆਉਂਦੇ ਹੋ, ਸਿੱਖ ਸਿਧਾਂਤ ਟੀਵੀ ਜਿਹੜਾ ਸਾਡਾ ਚੈਨਲ ਹੈ ਉਹਦੇ ਉੱਤੇ ਵੀ ਜਾਇਆ ਕਰੋ, ਤਾਂ ਕਿ ਤੁਹਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।